ਤਾਂ ਆਪਾਂ ਸਟਾਰਟ ਕਰਾਂਗੇ ਜੀ ਪਹਿਲੇ ਭਾਰਤੀ ਆਲੋਚਕ ਨਾਲ ਕਿ ਪਹਿਲਾ ਭਾਰਤੀ ਆਲੋਚਕ ਕੌਣ ਸੀ। ਤਾਂ ਪਹਿਲਾ ਭਾਰਤੀ ਆਲੋਚਕ ਸੀ ਭਰਤ ਮੁਨੀ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਇਹਨਾਂ ਦੇ ਗ੍ਰੰਥ ਬਾਰੇ ਜਿਨ੍ਹਾਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਦਿਵਾਈ। ਉਸ ਗ੍ਰੰਥ ਦਾ ਨਾਮ ਸੀ ਜੀ ਨਾਟਯ ਸ਼ਾਸਤਰ। ਤੇ ਨਾਲ ਤੁਸੀਂ ਇੱਕ ਗੱਲ ਧਿਆਨ ਰੱਖਣੀ ਹੈ ਕਿ ਜਿਹੜਾ ਇਹ ਗ੍ਰੰਥ ਹੈ ਇਹਦੇ ਨਾਲ ਹੀ ਜਿਹੜਾ ਭਾਰਤੀ ਕਾਵਿ ਸਿਧਾਂਤ ਹੈ ਉਸ ਦੀ ਸ਼ੁਰੂਆਤ ਹੁੰਦੀ ਹੈ। ਸੋ ਅੱਗੇ ਆਪਾਂ ਆਰੰਭ ਕਰਾਂਗੇ ਕਿ ਜੋ ਭਾਰਤੀ ਕਾਵਿ ਸਿਧਾਂਤ ਹੈ ਇਸ ਦੀ ਜੋ ਸ਼ੁਰੂਆਤ ਹੈ, ਸ਼ੁਰੂਆਤ ਦੇ ਸਮੇਂ ਵਿੱਚ ਇਸ ਨੂੰ ਕਿਹੜੇ ਨਾਮ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਤਾਂ ਹਾਂਜੀ, ਇਸ ਨੂੰ ਜਾਣਿਆ ਜਾਂਦਾ ਸੀ ਆਲੋਚਨਾ ਸ਼ਾਸਤਰ ਦੇ ਨਾਮ ਤੇ। ਸ਼ਾਸਤਰ ਤੁਹਾਨੂੰ ਪਤਾ ਹੀ ਹੈ, ਜਿੱਥੇ ਵੀ ਸ਼ਾਸਤਰ ਦੀ ਗੱਲ ਆ ਜਾਏ ਨਾ, ਤੁਸੀਂ ਇਹ ਗੱਲ ਧਿਆਨ 'ਚ ਰੱਖਣੀ ਹੈ ਕਿ ਜਿੱਥੇ ਵੀ ਸ਼ਾਸਤਰ ਵਰਡ ਆ ਜਾਏ ਤਾਂ ਇਹਦਾ ਮਤਲਬ ਉਸ ਦਾ ਕਿਹਦੇ ਨਾਲ ਲਿੰਕ ਹੈ, ਵਿਗਿਆਨ ਨਾਲ। ਤਾਂ ਵਿਗਿਆਨ ਕੀ ਕਰਦਾ, ਫਿਰ ਵਿਗਿਆਨ ਕਰਮਵਾਰ ਹਰ ਇੱਕ ਚੀਜ਼ ਦਾ ਅਧਿਐਨ ਕਰਦਾ। ਤਾਂ ਆਲੋਚਨਾ ਸ਼ਾਸਤਰ ਦੇ ਵਿੱਚ ਸਿੱਧਾ ਜਿਹਾ ਮਤਲਬ ਇਹ ਨਿਕਲਿਆ ਕਿ ਜਦੋਂ ਵੀ ਆਲੋਚਨਾ ਸ਼ਾਸਤਰ ਦੀ ਗੱਲ ਹੋਊਗੀ ਤਾਂ ਇਹ ਕਿਸੇ ਨਾ ਕਿਸੇ ਚੀਜ਼ ਦਾ ਅਧਿਐਨ ਕਰੂਗਾ। ਤਾਂ ਆਲੋਚਨਾ ਸ਼ਾਸਤਰ ਦਾ ਬਾਅਦ ਵਿੱਚ ਨਾਮ ਪੈ ਗਿਆ ਸਾਹਿਤ ਸ਼ਾਸਤਰ, ਠੀਕ ਹੈ। ਪਰ ਇਹਨਾਂ ਦੀ ਇੱਕ ਮੁੱਖ ਵਿਸ਼ੇਸ਼ਤਾ ਸੀ ਕਿ ਉਸ ਸਮੇਂ ਕਿਸੇ ਹੋਰ ਚੀਜ਼ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ ਸੀ, ਸਿਰਫ ਤੇ ਸਿਰਫ ਅਲੰਕਾਰ ਦੇ ਉੱਪਰ ਹੀ ਜ਼ੋਰ ਉਹ ਦਿੰਦੇ ਸੀ। ਤੇ ਜਿਸ ਕਰਕੇ ਅਲੰਕਾਰ ਨੂੰ ਕੀ ਮੰਨਿਆ ਜਾਂਦਾ ਸੀ, ਕਾਵਿ ਦੀ ਆਤਮਾ। ਇਹਦੇ ਸੰਬੰਧ ਵਿੱਚ ਇੱਕ ਗ੍ਰੰਥ ਲਿਖਿਆ ਗਿਆ ਸੀ ਜੋ ਕਿ ਆਚਾਰੀਆ ਵਿਸ਼ਵਨਾਥ ਜੀ ਨੇ ਲਿਖਿਆ ਸੀ, ਤੇ ਇਸ ਗ੍ਰੰਥ ਦਾ ਨਾਮ ਸੀਗਾ ਸਾਹਿਤ ਦਰਪਣ। ਅੱਗੇ ਆਪਾਂ ਕਰਾਂਗੇ ਜੀ ਕਿ ਇਸ ਦੇ ਨਾਮ ਕੀ ਪ੍ਰਚਲਿਤ ਸੀ। ਅਕਸਰ ਇਹ ਕੁਐਸਚਨ ਹੈ ਜਿਹੜਾ ਪੁੱਛਿਆ ਜਾਂਦਾ ਕਿ ਇਸ ਦੇ ਜਿਹੜੇ ਜੋ ਨਾਮ ਨੇ ਉਹ ਕੀ ਨੇ। ਤਾਂ ਪੱਛਮ ਦੇ ਵਿੱਚ ਇਸ ਦਾ ਨਾਮ ਸੀ ਪੋਇਟਿਕਸ। ਪਹਿਲਾਂ ਇਸ ਨੂੰ ਪੋਇਟਿਕਸ ਦੇ ਨਾਮ ਨਾਲ ਜਾਣਿਆ ਗਿਆ, ਕਾਵਿ ਸਿਧਾਂਤ ਨੂੰ, ਤਾਂ ਆਲੋਚਨਾ ਸ਼ਾਸਤਰ ਨੂੰ, ਤੇ ਬਾਅਦ ਵਿੱਚ ਇਸ ਨੂੰ ਕ੍ਰਿਟਿਸਿਜ਼ਮ ਕਿਹਾ ਗਿਆ। ਤੇ ਇਹ ਸਿਰਫ ਦੋ ਨਾਮ ਹੀ ਸੀ ਜੋ ਪੱਛਮ ਦੇ ਵਿੱਚ ਪ੍ਰਚਲਿਤ ਰਹੇ, ਪਰ ਭਾਰਤ ਦੇ ਵਿੱਚ ਸਮੇਂ-ਸਮੇਂ ਤੇ ਇਹ ਜੋ ਨਾਮ ਸੀਗੇ ਉਹ ਬਦਲਦੇ ਰਹੇ। ਜਿਵੇਂ ਕਿ ਭਾਰਤ ਵਿੱਚ ਪਹਿਲਾਂ ਕੀ ਸੀ, ਅਲੰਕਾਰ ਸ਼ਾਸਤਰ, ਫਿਰ ਆਲੋਚਨਾ ਸ਼ਾਸਤਰ, ਫਿਰ ਸਾਹਿਤ ਸ਼ਾਸਤਰ, ਦੈਨ ਸਾਹਿਤ ਵਿਦਿਆ, ਤੇ ਜੋ ਵਰਤਮਾਨ ਸਮੇਂ ਵਿੱਚ ਜਾਣਿਆ ਜਾਂਦਾ ਹੈ ਉਹ ਹੈ ਜੀ ਕਾਵਿ ਸ਼ਾਸਤਰ। ਆਧੁਨਿਕ ਸਮੇਂ ਵਿੱਚ ਆਪਾਂ ਜਾਣਦੇ ਹਾਂ ਇਸ ਨੂੰ ਕਾਵਿ ਸ਼ਾਸਤਰ ਦੇ ਨਾਲ। ਅੱਗੇ ਇੱਕ ਚੀਜ਼ ਹੋਰ ਤੁਸੀਂ ਧਿਆਨ 'ਚ ਰੱਖਣੀ ਹੈ ਕਿ ਜੋ ਇਸ ਦੇ ਬੁਨਿਆਦੀ ਗ੍ਰੰਥ ਸੀਗੇ ਲਿਖੇ ਗਏ ਉਹ ਸਾਰੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੀ ਲਿਖੇ ਗਏ ਸਨ। ਤੇ ਇਹਦੇ ਜੋ ਟੀਕੇ ਸੀ, ਟੀਕੇ ਮਤਲਬ ਜਿਹਦੇ ਵਿੱਚ ਇਹਨਾਂ ਸੰਬੰਧੀ ਵਿਆਖਿਆ ਕੀਤੀ ਹੋਈ ਸੀ ਕਿ ਇਸ ਚੀਜ਼ ਦਾ ਅਰਥ ਆ ਹੈ, ਇਸ ਚੀਜ਼ ਦਾ ਅਰਥ ਉਹ ਹੈ, ਤਾਂ ਉਹ ਸਾਰੇ ਵੀ ਸੰਸਕ੍ਰਿਤ ਵਿੱਚ ਹੀ ਲਿਖੇ ਗਏ ਸਨ। ਅੱਗੇ ਆਪਣੇ ਕੋਲ ਆ ਗਿਆ ਸਾਹਿਤ ਦੇ ਵਰਗ। ਤਾਂ ਸਾਹਿਤ ਦੇ ਜੋ ਵਰਗ ਸੀ ਉਹ ਵੱਡੇ ਰੂਪ ਦੇ ਵਿੱਚ ਸਿਰਫ ਦੋ ਤਰ੍ਹਾਂ ਦੇ ਮੰਨੇ ਜਾਂਦੇ ਸੀ, ਇੱਕ ਕਾਵਿ ਤੇ ਇੱਕ ਸ਼ਾਸਤਰ। ਮਤਲਬ ਇਹਦਾ ਨਾਮ ਹੀ ਆਪਾਂ ਦੋ ਹਿੱਸਿਆਂ 'ਚ ਵੰਡ ਲਿਆ, ਕਾਵਿ ਤੇ ਦੂਸਰਾ ਸ਼ਾਸਤਰ। ਕਾਵਿ ਦੇ ਵਿੱਚ ਜਿੰਨਾ ਵੀ ਸਾਹਿਤ ਬਣਿਆ ਹੋਇਆ ਉਹ ਸਾਰਾ ਆ ਜਾਂਦਾ ਹੈ, ਤੇ ਜੋ ਸ਼ਾਸਤਰ ਹੈ ਉਹਦੇ ਵਿੱਚ ਆਪਾਂ ਸਿਰਫ ਉਹ ਚੀਜ਼ ਲਵਾਂਗੇ ਜਿਸ ਦਾ ਸਾਹਿਤ ਵਿਗਿਆਨ ਨੇ ਅਧਿਐਨ ਕਰਨਾ। ਮਤਲਬ ਕਿਸੇ ਚੀਜ਼ ਨੂੰ ਕ੍ਰਮਵਾਰ ਠੀਕ ਤਰਤੀਬ ਦੇ ਵਿੱਚ ਰੱਖ ਕੇ ਉਸ ਦਾ ਅਧਿਐਨ ਕਰਨਾ, ਠੀਕ ਹੈ। ਤਾਂ ਇਹਦਾ ਸ਼ਬਦੀ ਅਰਥ ਕੀ ਬਣ ਗਿਆ ਆਪਣੇ ਕੋਲੇ। ਜੇ ਆਪਾਂ ਨੂੰ ਕੋਈ ਪੁੱਛੇ ਕਿ ਕੁਐਸਚਨ ਆ ਜਾਏ ਕਿ ਜੋ ਸ਼ਾਸਤਰ ਵਰਡ ਹੈ ਉਹਦੇ ਸ਼ਬਦੀ ਅਰਥ ਨਹੀਂ, ਕੀ ਉਹਦੇ ਸ਼ਬਦੀ ਅਰਥ ਨਹੀਂ, ਤਾਂ ਇਹਦਾ ਅਰਥ ਹੈ ਜੀ ਆਦੇਸ਼, ਆਗਿਆ ਜਾਂ ਫਿਰ ਅਸੂਲ। ਅੱਗੇ ਜੀ ਵਿਗਿਆਨ। ਵਿਗਿਆਨ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਜੋ ਸਾਰੇ ਸ਼ਾਸਤਰ ਨੇ ਉਹ ਸਾਰੇ ਕਾਹਦੇ ਵਿੱਚ ਆਉਂਦੇ ਨੇ ਜੀ, ਵਿਗਿਆਨ ਦੇ ਵਿੱਚ ਆਉਂਦੇ ਨੇ। ਤਾਂ ਜਦੋਂ ਕਿਸੇ ਸਾਹਿਤ ਦੇ ਰੂਪ ਦਾ ਕਿਸੇ ਵੀ ਤਰਤੀਬ ਜਾਂ ਸਿਸਟਮ ਦੇ ਵਿੱਚ ਰੱਖ ਕੇ ਅਧਿਐਨ ਕੀਤਾ ਜਾਂਦਾ ਹੈ ਤਾਂ ਉਹਨੂੰ ਆਪਾਂ ਵਿਗਿਆਨ ਜਾਂ ਸ਼ਾਸਤਰ ਦੇ ਰੂਪ ਵਿੱਚ ਜਾਣਦੇ ਹਾਂ। ਇਹਦੇ ਇੱਕ ਛੋਟੀ ਜਿਹੀ ਚੀਜ਼ ਨੋਟ ਰੱਖ ਲਿਓ, ਜੋ ਹਿਸਟਰੀ ਆਫ ਸੰਸਕ੍ਰਿਤ ਲਿਟਰੇਚਰ ਹੈ, ਇਹ ਇੱਕ ਬੁੱਕ ਹੈ ਜੋ A.B. ਕੀਥ ਨੇ ਲਿਖੀ ਹੈ। ਤਾਂ ਇਸ ਬੁੱਕ ਦੇ ਵਿੱਚ ਉਸਨੇ ਸ਼ਾਸਤਰ ਨੂੰ ਸਾਇੰਟੀਫਿਕ ਸਿਰਲੇਖ ਹੇਠ ਰੱਖਿਆ ਹੈ। ਇਸ ਤੋਂ ਇਹ ਸਿੱਧ ਹੁੰਦਾ ਕਿ ਜੋ ਸ਼ਾਸਤਰ ਹੈ ਉਸ ਦਾ ਸੰਬੰਧ ਕਿਹਦੇ ਨਾਲ ਹੈ, ਵਿਗਿਆਨ ਨਾਲ ਹੈ। ਤਾਂ ਇਸ ਬੁੱਕ ਦੇ ਵਿੱਚ ਉਸਨੇ ਜੋ ਸਿਰਲੇਖ ਵਰਤਿਆ ਹੈਗਾ ਸ਼ਾਸਤਰ ਦੇ ਲਈ ਉਹ ਸਾਇੰਟੀਫਿਕ ਵਰਤਿਆ। ਹਾਂਜੀ, ਅੱਗੇ ਆਪਾਂ ਗੱਲ ਕਰੀਏ ਵੈਦਿਕ ਯੁੱਗ ਦੀ। ਤਾਂ ਜੋ ਵੈਦਿਕ ਯੁੱਗ ਸੀਗਾ ਉਸ ਦੇ ਵਿੱਚ ਸਿਰਫ ਰਸਮਈ ਕਵਿਤਾ ਪ੍ਰਚਲਿਤ ਸੀ। ਬੇਸ਼ੱਕ ਆਲੋਚਨਾ ਦਾ ਜੋ ਸਿਧਾਂਤ ਆ ਉਸ ਸਮੇਂ ਸ਼ੁਰੂ ਹੋ ਚੁੱਕਿਆ ਸੀ, ਪਰ ਸਿਰਫ ਜੋ ਕਵਿਤਾ ਸੀ ਉਹ ਰਸਮਈ ਹੀ ਸਾਨੂੰ ਮਿਲਦੀ ਹੈ।
ਤਾਂ ਅੱਗੇ ਲੌਕਿਕ ਕਵਿਤਾ ਦਾ ਆਰੰਭ ਕਦੋਂ ਮੰਨਿਆ ਜਾਂਦਾ ਹੈ? ਲੌਕਿਕ ਕਵਿਤਾ ਉਦੋਂ ਆਰੰਭ ਮੰਨਿਆ ਜਾਂਦਾ ਜਦੋਂ ਮਹਾਭਾਰਤ ਤੇ ਰਾਮਾਇਣ ਵਰਗੇ ਜੋ ਮਹਾਕਾਵ ਨੇ ਉਹ ਲਿਖੇ ਗਏ। ਅੱਗੇ ਹੈ ਜੀ ਯਾਸ਼ ਦਾ ਗ੍ਰੰਥ। ਤਾਂ ਜੋ ਯਾਸ਼ ਇੱਕ ਵਿਦਵਾਨ ਹੋਏ ਨੇ, ਇਹਨਾਂ ਦੇ ਗ੍ਰੰਥ ਦਾ ਨਾਮ ਹੈ ਨਿਰੁਕਤ। ਨਿਰੁਕਤ ਦੇ ਵਿੱਚ ਮੇਨ ਕਿਸ ਚੀਜ਼ ਉੱਤੇ ਜ਼ੋਰ ਦਿੱਤਾ ਗਿਆ ਹੈ? ਉਹ ਹੈ ਜੀ ਵੇਦਾਂ ਦੀ ਬਣਤਰ ਤੇ ਸ਼ਬਦਾਵਲੀ, ਕਿ ਜੋ ਵੇਦ ਨੇ ਉਹ ਕਿਸ ਤਰੀਕੇ ਨਾਲ ਲਿਖੇ ਜਾਣਗੇ ਤੇ ਉਹਦੇ ਵਿੱਚ ਲਿਖਣ ਦੀ ਜੋ ਵਿਧੀ ਹੈ, ਜੋ ਸ਼ਬਦ ਯੂਜ਼ ਕੀਤੇ ਨੇ ਉਹਨਾਂ ਨੂੰ ਯੂਜ਼ ਕਰਨ ਦਾ ਤਰੀਕਾ ਕੀ ਹੈ। ਠੀਕ ਹੈ ਜੀ। ਅੱਗੇ ਜੀ ਪਾਣਿਨੀ ਦਾ ਗ੍ਰੰਥ। ਜੋ ਪਾਣਿਨੀ ਹੈ ਇਸ ਬਾਰੇ ਤੁਸੀਂ ਆਲਮੋਸਟ ਜਾਣਦੇ ਹੀ ਹੋਵੋਗੇ। ਉਹਨਾਂ ਦਾ ਇੱਕ ਗ੍ਰੰਥ ਹੈ ਅਸ਼ਟ ਅਧਿਆਏ, ਮਤਲਬ ਅਸ਼ਟ ਮਤਲਬ 8, ਜਿਸ ਦੇ 8 ਅਧਿਆਏ ਨੇ। ਤਾਂ ਇਹਦੇ ਵਿੱਚ ਕੀ ਹੈ, ਮੇਨਲੀ ਉਹਨਾਂ ਨੇ ਜ਼ੋਰ ਦਿੱਤਾ ਹੈ ਸੰਸਕ੍ਰਿਤ ਭਾਸ਼ਾ ਦੀ ਵਿਆਕਰਨ ਤੇ। ਅੱਗੇ ਜੀ ਰਾਜ ਸ਼ੇਖਰ ਇਹ ਵੀ ਵਿਦਵਾਨ ਹੋਏ ਨੇ ਤੇ ਇਹਨਾਂ ਦਾ ਗ੍ਰੰਥ ਸੀ ਕਾਵਿ ਮੀਮਾਂਸਾ। ਇਹ ਚੀਜ਼ ਦੇ ਵਿੱਚ ਪਜ਼ਲ ਨਹੀਂ ਹੋਣਾ, ਹਿਸਟਰੀ ਦੇ ਵਿੱਚ ਆਪਾਂ ਕਰ ਦਿਆਂਗੇ ਉੱਤਰ ਮੀਮਾਂਸਾ, ਪੂਰਵ ਮੀਮਾਂਸਾ, ਉਹ ਚੀਜ਼ਾਂ ਅਲੱਗ ਨੇ। ਤੇ ਇਹਨਾਂ ਦਾ ਗ੍ਰੰਥ ਹੈ ਜੀ ਕਾਵਿ ਮੀਮਾਂਸਾ। ਇਹਨਾਂ ਨੇ ਸਿਰਫ ਕਾਵ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਹੈ। ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਜੋ ਆਲੋਚਨਾ ਦਾ ਗਿਆਨ ਹੈ, ਜੋ ਆਲੋਚਨਾ ਦਾ ਸੰਕਲਪ ਹੈ, ਉਹ ਸਾਨੂੰ ਕਿੱਥੋਂ ਮਿਲਿਆ ਹੈ? ਸ਼ਿਵਜੀ ਤੇ ਬ੍ਰਹਮਾ ਤੋਂ। ਠੀਕ ਹੈ। ਇਹ ਮੇਨਲੀ ਇਹ ਜੋ ਗ੍ਰੰਥ ਹੈ ਉਹ ਇਸ ਚੀਜ਼ ਨਾਲ ਜਾਣਿਆ ਜਾਂਦਾ ਹੈ ਕਿ ਇਸ ਨੇ ਜਿਹੜਾ ਆਲੋਚਨਾ ਦਾ ਸੰਬੰਧ ਹੈ ਉਹ ਸ਼ਿਵਜੀ ਤੇ ਬ੍ਰਹਮਾ ਜੀ ਦੇ ਨਾਲ ਜੋੜਿਆ। ਅੱਗੇ ਜੀ ਸਭ ਤੋਂ ਪੁਰਾਣਾ ਗ੍ਰੰਥ, ਉਹ ਤਾਂ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਸਭ ਤੋਂ ਪੁਰਾਣਾ ਗ੍ਰੰਥ ਹੈ ਜੋ ਉਹ ਨਾਟਯ ਸ਼ਾਸਤਰ ਮੰਨਿਆ ਜਾਂਦਾ ਹੈ। ਤੇ ਇੱਕ ਚੀਜ਼ ਤੁਸੀਂ ਨੋਟ ਕਰ ਲੈਣੀ ਹੈ ਕਿ ਕਈ ਵਾਰ ਜਿਹੜੇ ਬਹੁਤ ਸਾਰੇ ਵਿਦਵਾਨ ਆ ਉਹਨਾਂ ਨੇ ਇਹ ਚੀਜ਼ ਦਾ ਮੁੱਦਾ ਬਣਾਇਆ ਸੀ ਕਿ ਜੋ ਨਾਟਯ ਸ਼ਾਸਤਰ ਹੈ ਉਹ ਸਭ ਤੋਂ ਪੁਰਾਣਾ ਨਹੀਂ ਹੈ, ਕਿ ਸਭ ਤੋਂ ਪੁਰਾਣਾ ਅਗਨੀ ਪੁਰਾਣ ਹੈ। ਠੀਕ ਹੈ। ਪਰ ਜੋ ਅਗਨੀ ਪੁਰਾਣ ਹੈ ਉਹ ਹੁਣ ਸਿੱਧ ਹੋ ਚੁੱਕਿਆ ਹੈ। ਜੋ ਇੱਕ ਬਹੁਤ ਹੀ ਪ੍ਰਸਿੱਧ ਆਪਣੇ ਆਲੋਚਨਾ ਦੇ ਵਿਦਵਾਨ ਰਹੇ ਨੇ ਪੀਵੀ ਕਾਣੀ। ਠੀਕ ਹੈ। ਤਾਂ ਪੀਵੀ ਕਾਣੇ ਨੇ ਹਰ ਇੱਕ ਉਹ ਸਬੂਤ ਲੱਭਿਆ ਜੋ ਇਹ ਸਾਬਿਤ ਕਰਦਾ ਹੈ ਕਿ ਜੋ ਅਗਨੀ ਪੁਰਾਣ ਹੈ ਉਹ ਨਾਟਯ ਸ਼ਾਸਤਰ ਤੋਂ ਨਮ ਹੈ, ਯਾਨੀ ਕਿ ਨਾਟਯ ਸ਼ਾਸਤਰ ਤੋਂ ਪਹਿਲਾਂ ਦਾ ਨਹੀਂ ਬਣਿਆ ਹੋਇਆ। ਠੀਕ ਹੈ। ਬੇਸ਼ੱਕ ਜੋ ਅਗਨੀ ਪੁਰਾਣ ਹੈ ਉਸ ਦੇ ਵਿੱਚ ਨਾਟਯ ਸ਼ਾਸਤਰ ਨਾਲੋਂ ਜ਼ਿਆਦਾ ਚੀਜ਼ਾਂ ਨੇ, ਜਾਂ ਜੋ ਆਪਾਂ ਕਹਿ ਸਕਦੇ ਹਾਂ ਕਿ ਭਾਰਤੀ ਆਲੋਚਨਾ ਦੇ ਜਿੰਨੇ ਵੀ ਸੰਕਲਪ ਆ, ਜਿੰਨੇ ਵੀ ਸਿਧਾਂਤ ਆ, ਉਹ ਅਗਨੀ ਪੁਰਾਣ ਦੇ ਵਿੱਚ ਹੈਗੇ ਨੇ। ਪਰ ਜੇ ਆਪਾਂ ਰਚਨਾ ਦੀ ਗੱਲ ਮੰਨੀਏ ਜਾਂ ਇਸ ਦੀ ਜੋ ਪੁਰਾਤਨਤਾ ਉਹਦੀ ਗੱਲ ਮੰਨੀਏ ਤਾਂ ਇਸ ਦੇ ਵਿੱਚ ਆਪਾਂ ਪੁਰਾਣਾ ਗ੍ਰੰਥ ਸਿਰਫ ਨਾਟਯ ਸ਼ਾਸਤਰ ਨੂੰ ਹੀ ਲਵਾਂਗੇ। ਹਾਂਜੀ। ਅੱਗੇ ਆਪਣਾ ਆ ਗਿਆ ਪਹਿਲਾ ਆਲੋਚਨਾ ਗ੍ਰੰਥ। ਤਾਂ ਹੁਣ ਤੁਹਾਨੂੰ ਜੇ ਕੁਐਸਚਨ ਆਉਂਦਾ ਕਿ ਪਹਿਲਾ ਆਲੋਚਨਾ ਗ੍ਰੰਥ ਹੈ ਕੀ ਸੀ, ਤਾਂ ਉਹ ਹੈ ਜੀ ਸਾਡਾ ਨਾਟਯ ਸ਼ਾਸਤਰ, ਤੇ ਲਿਖਿਆ ਗਿਆ ਕਿਸ ਦੇ ਦੁਆਰਾ? ਭਰਤ ਮੁਨੀ ਜੀ ਦੁਆਰਾ। ਤਾਂ ਜੋ ਇਹਦੇ ਸੋਲਿਡ ਪ੍ਰੂਫ ਮਿਲਦੇ ਨੇ ਉਹ ਪੀਵੀ ਕਾਣੇ ਨੇ ਤੁਹਾਨੂੰ ਮੈਂ ਦੱਸਿਆ ਕਿ ਪਹਿਲਾਂ ਹੀ ਪੇਸ਼ ਕੀਤੇ ਨੇ, ਤੇ ਉਹ ਮੰਨਦੇ ਨੇ ਕਿ ਇਹਦਾ ਜੋ ਰਚਨਾ ਕਾਲ ਸਮਾਂ ਹੈ ਜੋ ਇਹਦਾ, ਤਾਂ ਉਹ ਪਹਿਲੀ ਸਦੀ ਈਸਵੀ ਦੇ ਨੇੜੇ ਤੇੜੇ ਮੰਨਿਆ ਜਾਂਦਾ ਹੈ। ਪਰ ਜੋ ਇਹਦੇ ਵਿੱਚ ਜੋ ਕਨਫਿਊਜ਼ਨ ਆਉਂਦੀ ਹੈ ਸਾਨੂੰ ਉਹ ਇਹੀ ਹੈ ਕਿ ਜੋ ਉੱਤਰੀ ਭਾਰਤ ਵਾਲੇ ਨੇ ਜੋ ਵਿਦਵਾਨ ਨੇ ਉਹ ਇਸ ਦੇ 37 ਅਧਿਆਏ ਮੰਨਦੇ ਨੇ। ਠੀਕ ਹੈ। ਜੋ ਦੱਖਣੀ ਭਾਰਤ ਦੇ ਸਾਨੂੰ ਪਾਠ ਮਿਲਦੇ ਨੇ ਉਹਦੇ ਵਿੱਚ ਇਹਦੇ 36 ਅਧਿਆਏ ਮੰਨੇ ਜਾਂਦੇ ਆ। ਬਟ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ ਕਿ ਮੇਨ ਇਹ ਜੋ ਗ੍ਰੰਥ ਹੈ ਉਹ ਹੈ ਕਾਹਦੇ ਉੱਪਰ, ਜਾਂ ਇਹਦੇ ਵਿੱਚ ਕੀ ਚੀਜ਼ ਮੁੱਖ ਉਹਨਾਂ ਨੇ ਲਿਖੀ ਹੋਈ ਹੈ। ਤਾਂ ਮੁੱਖ ਇਹਦੇ ਵਿੱਚ ਨਾਟਕ ਬਾਰੇ ਲਿਖਿਆ ਹੋਇਆ ਜੀ। ਨਾਟਕ ਦਾ ਹਰ ਸਿਧਾਂਤ ਉਹਨਾਂ ਨੇ ਪੇਸ਼ ਕੀਤਾ ਹੋਇਆ, ਨਾਟਕ ਦੀ ਆਲੋਚਨਾ ਕੀਤੀ ਹੋਈ ਹੈ, ਨਾਟਕ ਦੇ ਜੋ ਤੱਤ ਵਗੈਰਾ ਨੇ ਹੈ ਨਾ, ਜਾਂ ਉਹਦੀ ਪ੍ਰਕਿਰਤੀ ਹੈ, ਜਾਂ ਨਾਟਕਕਾਰ ਨੂੰ ਕਿਹੋ ਜਿਹੇ ਹੋਣੇ ਚਾਹੀਦੇ ਆ, ਜਾਂ ਰੰਗਮੰਚ ਕਿਹੋ ਜਿਹਾ ਹੋਣਾ ਚਾਹੀਦਾ, A to Z ਚੀਜ਼ ਉਹਨਾਂ ਨੇ ਕਵਰ ਕੀਤੀ ਹੈ। ਠੀਕ ਹੈ। ਤਾਂ ਥੋੜ੍ਹਾ ਜਿਹਾ ਆਪਾਂ ਅੱਗੇ ਦੇਖ ਲੈਂਦੇ ਹਾਂ ਕਿ ਵੈਸੇ ਸਾਰਾ ਕਰਨ ਦੀ ਲੋੜ ਨਹੀਂ, ਤੁਹਾਨੂੰ ਸਿਰਫ ਇੰਨਾ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਹੈ ਕੀ ਆ। ਬਟ ਕਈ ਵਾਰ ਪੁੱਛ ਵੀ ਲੈਂਦੇ ਨੇ ਕਿ ਜੋ ਸਟਾਰਟਿੰਗ ਹੈ ਉਹ ਸਟਾਰਟਿੰਗ ਕਿਸ ਚੀਜ਼ ਨਾਲ ਹੁੰਦੀ ਹੈ? ਤਾਂ ਸਟਾਰਟਿੰਗ ਹੈ ਜੀ ਜੋ ਉਹ ਨਾਟਯ ਨਾਲ ਹੁੰਦੀ ਹੈ। ਨਾਟਯ ਮਤਲਬ ਪਹਿਲੇ ਹੀ ਅਧਿਆਏ ਦੇ ਵਿੱਚ ਜੋ ਪਹਿਲਾ ਹੀ ਚੈਪਟਰ ਹੈ ਉਹਦੇ ਵਿੱਚ ਉਹਨਾਂ ਨੇ ਨਾਟਯ ਬਾਰੇ ਲਿਖਿਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੋ ਨਾਟਯ ਹੈ ਉਸ ਨੂੰ ਅਸੀਂ ਪੰਜਵਾਂ ਵੇਦ ਮੰਨ ਸਕਦੇ ਹਾਂ। ਮਤਲਬ ਆਲਰੇਡੀ ਆਪਾਂ ਨੂੰ 4 ਵੇਦਾਂ ਬਾਰੇ ਪਤਾ, ਤਾਂ ਪੰਜਵਾਂ ਵੇਦ ਕਿਸ ਨੂੰ ਮੰਨਿਆ ਜਾਂਦਾ ਜੀ? ਨਾਟਕ ਨੂੰ। ਤਾਂ ਇਸ ਤੋਂ ਬਾਅਦ ਆਏਗਾ ਜੀ ਬ੍ਰਹਮਾ ਜੀ ਨੇ ਭਰਤ ਮੁਨੀ ਨੂੰ ਸਿੱਖਿਆ ਦਿੱਤੀ। ਇਸ ਦੇ ਵਿੱਚ ਭਰਤ ਮੁਨੀ ਨੇ ਲਿਖਿਆ ਹੈ ਕਿ ਜੋ ਇਹ ਸਿੱਖਿਆ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਜੋ ਕਾਵਿ ਮੀਮਾਂਸਾ ਵਾਲਾ ਸੀ ਉਹਦੇ ਵਿੱਚ ਉਹਨਾਂ ਨੇ ਇਹ ਸੇਮ ਹੀ ਵਰਣਨ ਕੀਤਾ ਹੈ ਰਾਜ ਸ਼ੇਖਰ ਜੀ ਨੇ ਕਿ ਇਹ ਜੋ ਆਲੋਚਨਾ ਦਾ ਸੰਕਲਪ ਹੈ ਉਹ ਸਾਨੂੰ ਸ਼ਿਵ ਜੀ ਤੇ ਬ੍ਰਹਮਾ ਤੋਂ ਮਿਲਿਆ। ਤਾਂ ਸੇਮ ਹੀ ਜੋ ਆਪਣੇ ਭਰਤ ਮੁਨੀ ਨੇ ਉਹਨਾਂ ਨੇ ਦੱਸਿਆ ਹੈ ਕਿ
ਇਹ ਮੈਨੂੰ ਸਿੱਖਿਆ ਬ੍ਰਹਮਾ ਜੀ ਨੇ ਦਿੱਤੀ ਸੀ। ਤਾਂ ਇਸ ਤੋਂ ਬਾਅਦ ਇਹਦਾ ਜੋ ਮੰਗਲਾਚਰਨ ਹੈ, ਹੁਣ ਇਹ ਚੀਜ਼ ਧਿਆਨ 'ਚ ਰੱਖਣ ਵਾਲੀ ਹੈ ਕਿ ਜੋ ਮੰਗਲਾਚਰਨ ਹੈ ਮੋਸਟਲੀ ਜੋ ਹਰ ਇੱਕ ਰਚਨਾ ਹੁੰਦੀ ਹੈ ਉਹਦੇ ਸ਼ੁਰੂਆਤ 'ਚ ਹੁੰਦਾ ਹੈ, ਪਰ ਜੋ ਨਾਟਯ ਸ਼ਾਸਤਰ ਹੈ ਉਹਦਾ ਮੰਗਲਾਚਰਨ ਆ ਉਹ ਕਿਹੜੇ ਚੈਪਟਰ 'ਚ ਹੈ ਜੀ? 5th ਚੈਪਟਰ 'ਚ, 5ਵੇਂ ਅਧਿਆਇ ਦੇ ਵਿੱਚ। ਤੇ ਜ਼ਿਆਦਾ ਜ਼ੋਰ ਕਿਹਦੇ ਉੱਤੇ ਦਿੱਤਾ ਹੈ? ਰਸ ਤੇ, ਕਿਉਂਕਿ ਭਰਤ ਮੁਨੀ ਨੇ ਆਪਦੀ ਕੋਈ ਵੀ ਚੀਜ਼ ਜਿੱਥੋਂ ਵੀ ਸ਼ੁਰੂ ਕੀਤੀ ਹੈ ਤਾਂ ਉਹਨਾਂ ਨੇ ਲਿਆ ਕੇ ਤਾਂ ਰਸ ਉੱਤੇ ਹੀ ਖਤਮ ਕੀਤੀ ਹੈ। ਮੁੱਖ ਜ਼ੋਰ ਉਹਨਾਂ ਨੇ ਰਸ ਦੇ ਉੱਪਰ ਹੀ ਦਿੱਤਾ ਹੈ। ਠੀਕ ਹੈ, ਤਾਂ ਰਸ ਸਿਧਾਂਤ ਦਾ ਜੋ ਮੁਖੀ ਹੈ ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਭਰਤ ਮੁਨੀ ਹੈ। ਤੇ ਆਸ ਹੈ ਕਿ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਗਿਆ ਹੋਵੇਗਾ ਤੇ ਤੁਹਾਨੂੰ ਮੇਰਾ ਇਹ ਯਤਨ ਹੈ ਜੋ ਜ਼ਰੂਰ ਪਸੰਦ ਆਇਆ ਹੋਵੇਗਾ। ਜੇ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ।